रूरल NGO क्लब एसोसीएशन मोगा ਵੱਲੋਂ ਸਾਹਿਬ श्री गुरु नानक देव जी महाराज ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਕਰਵਾਈ ਗਈ। ਇਸ ਮੁਕਾਬਲੇ ਵਿੱਚ 1 ਤੋਂ 15 ਸਾਲ ਅਤੇ ਦੂਸਰੇ ਸ਼ਡਿਊਲ ਵਿੱਚ 15 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਉੱਘੇ ਸਾਹਿਤਕਾਰ ਡਾਕਟਰ ਸਰਜੀਤ ਦੌਧਰ ਅਤੇ ਮਹਿੰਦਰਪਾਲ ਲੂੰਬਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ। ਸੋ ਸਾਡੇ ਅੱਜ ਜਿਹੜਾ ਇੱਥੇ ਇਕੱਤਰ ਹੋਣ ਦਾ ਮਕਸਦ ਕੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਕੱਲ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ। ਉਹਨਾਂ ਦਾ ਗੁਰਪੁਰਬ ਜੋ ਅਸੀਂ ਹਰ ਸਾਲ ਮਨਾਉਂਦੇ ਹਾਂ, ਔਰ ਇਸ ਸਾਲ ਵੀ ਅਸੀਂ ਉਸੇ ਤਰੀਕੇ ਦੇ ਨਾਲ ਇਹਨੂੰ ਮਨਾ ਰਹੇ ਹਾਂ। ਪਰ ਉਹਦੇ ਵਿੱਚ ਇਹ ਜਿਹੜੀ ਪੌਣੇ ਘੰਟੇ ਦੀ ਜਾਂ ਘੰਟੇ ਦੀ ਇੰਟਰੈਕਸ਼ਨ ਹੈ, ਉਹ ਅਸੀਂ ਐਡ ਕੀਤੀ ਹੈ ਤੁਹਾਡੇ ਨਾਲ ਗੱਲਾਂ ਬਾਤਾਂ, ਤਾਂ ਕਿ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਤੇ ਜੋ ਸਮਾਜ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ, ਉਹਨਾਂ ਦਾ ਆਪਸ ਦੇ ਵਿੱਚ ਕਿਧਰੇ ਕੋਈ ਤਾਲਮੇਲ ਹੈ ਜਾਂ ਨਹੀਂ ਹੈ। ਜੇਕਰ ਨਹੀਂ ਹੈ ਤਾਂ ਸਾਨੂੰ ਕਿੰਨਾਂ ਗੱਲਾਂ ਤੇ ਸੋਚਣ ਦੀ ਲੋੜ ਹੈ। ਇਹ ਅੱਜ ਦਾ ਵਿਸ਼ਾ ਹੈ। ਛੋਟਾ ਬੱਚਾ ਵੀ ਸਾਨੂੰ ਗਿਆਨ ਦੇ ਸਕਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਜਿਹੜੀ ਗੱਲ ਉਹ ਬੱਚਾ ਸੋਚ ਰਿਹਾ, ਸਮਝ ਰਿਹਾ ਹੈ, ਉਹ ਅਸੀਂ ਕਦੇ ਨਾ ਸੋਚੀ ਹੋਵੇ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਸਾਨੂੰ ਜਿੱਥੋਂ ਵੀ ਗਿਆਨ ਮਿਲੇ ਉਹਨੂੰ ਗ੍ਰਹਿਣ ਕਰਨਾ ਚਾਹੀਦਾ ਹੈ, ਚਾਹੇ ਉਹ ਛੋਟੇ ਬੱਚੇ ਤੋਂ ਮਿਲ ਰਿਹਾ ਹੈ, ਚਾਹੇ ਤੁਹਾਨੂੰ ਆਪਣੇ ਵਿਰੋਧੀ ਤੋਂ ਮਿਲ ਰਿਹਾ ਹੈ, ਚਾਹੇ ਆਪਣੇ ਦੋਸਤ ਤੋਂ ਮਿਲ ਰਿਹਾ ਤੇ ਚਾਹੇ ਆਪਣੇ ਗੁਰੂ ਤੋਂ ਮਿਲ ਰਿਹਾ। ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ। ਜੇਕਰ ਅਸੀਂ ਹਰ ਗੱਲ ਆਪ ਪ੍ਰੈਕਟੀਕਲ ਕਰਕੇ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਜ਼ਿੰਦਗੀ ਦੇ ਵਿੱਚ ਸੰਭਵ ਨਹੀਂ ਹੋ ਸਕਦਾ। ਇਸ ਕਰਕੇ ਦੂਸਰਿਆਂ ਦੇ ਤਜਰਬਿਆਂ ਤੋਂ ਸਿੱਖਣਾ, ਦੂਸਰਿਆਂ ਵੱਲੋਂ ਪ੍ਰਾਪਤ ਕੀਤੀ ਗਈ ਸਿੱਖਿਆ ਜੇਕਰ ਉਹ ਥੋੜ੍ਹੇ ਸਮੇਂ ਦੇ ਵਿੱਚ ਸਾਨੂੰ ਮਿਲੇ ਤਾਂ ਉਹਦੇ ਤੋਂ ਸਿੱਖਣਾ ਇਹ ਸਾਡੇ ਸਭ ਲਈ ਬੜਾ ਜ਼ਰੂਰੀ ਹੈ। ਸੋ ਤੁਸੀਂ ਚਾਹੇ ਸਾਡੇ ਕੋਲ, ਤੁਹਾਡੇ 'ਚ ਕੁਝ ਬੱਚੇ, ਕਾਫੀ ਬੱਚੇ ਉਹ ਨੇ ਜਿਹੜੇ ਸਾਡੇ ਕੋਲ ਇੱਥੇ ਕੰਪਿਊਟਰ ਜਾਂ ਸਿਲਾਈ ਜਾਂ ਪਾਰਲਰ ਦੇ ਵਿੱਚ 6-6 ਮਹੀਨੇ ਦੇ ਕੋਰਸ ਕਰ ਰਹੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ 6 ਮਹੀਨਿਆਂ ਦੇ ਦੌਰਾਨ ਅਸੀਂ ਤੁਹਾਨੂੰ ਸਮਾਜ ਦੇ ਉਸ ਹਰ ਇੱਕ ਵਿਸ਼ੇ ਬਾਰੇ ਜਾਣਕਾਰੀ ਦਈਏ ਜਿਹੜਾ ਕਿ ਹੋ ਸਕਦਾ ਹੈ ਕਿ ਤੁਹਾਡੀ ਪੜ੍ਹਾਈ ਦੇ ਨਾਲ ਸੰਬੰਧਿਤ ਨਾ ਵੀ ਹੋਵੇ। ਕਿਉਂਕਿ ਅਸੀਂ ਇੱਕ ਸਮਾਜ ਸੇਵੀ ਸੰਸਥਾ ਚਲਾ ਰਹੇ ਹਾਂ, ਰੂਰਲ NGO ਕਲੱਬ ਐਸੋਸੀਏਸ਼ਨ ਮੋਗਾ, ਜਿਹੜੀ ਕਿ ਪਿੰਡਾਂ ਦੀਆਂ ਕਲੱਬਾਂ ਦਾ ਇੱਕ ਸੰਗਠਨ ਹੈ। 170 ਦੇ ਕਰੀਬ ਕਲੱਬਾਂ ਜਿਹੜੀਆਂ ਉਹ ਇਸ ਸੰਸਥਾ ਦੀਆਂ ਮੈਂਬਰ ਨੇ, ਔਰ ਉਹਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ SP ਸਿੰਘ ਬਰਾਏ ਜੀ, ਉਹਨਾਂ ਵੱਲੋਂ ਚਲਾਇਆ ਜਾ ਰਿਹਾ ਟਰੱਸਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਅਸੀਂ 2013 ਤੋਂ ਉਹ ਵੀ ਚਲਾ ਰਹੇ ਹਾਂ ਇੱਥੇ, ਔਰ ਅਨੇਕਾਂ ਗਤੀਵਿਧੀਆਂ ਕਰ ਰਹੇ ਹਾਂ ਸਮਾਜ ਭਲਾਈ ਦੀਆਂ, ਜਿਨ੍ਹਾਂ ਦਾ ਵਰਣਨ ਕਰਨਾ ਮੇਰੇ ਖਿਆਲ ਮੁਤਾਬਕ ਨਾ ਤਾਂ ਇੱਥੇ ਜ਼ਰੂਰੀ ਹੈ ਤੇ ਨਾ ਹੀ ਸੰਭਵ ਹੈ। ਸੋ ਅੱਜ ਦੇ ਵਿਸ਼ੇ ਤੇ ਆਪਾਂ ਗੱਲ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ
ਆਪਣੇ ਬਚਪਨ ਦੇ ਵਿੱਚ ਹੀ 20 ਰੁਪਏ ਦੇ, ਜੋ ਕਿ ਉਹਨਾਂ ਨੂੰ ਆਪਦੇ ਪਿਤਾ ਵੱਲੋਂ ਵਪਾਰ ਕਰਨ ਲਈ ਮਿਲੇ ਸੀ, ਉਹਨਾਂ ਦੇ ਨਾਲ ਅਜਿਹਾ ਵਪਾਰ ਕੀਤਾ, ਅਜਿਹਾ ਸੱਚਾ ਸੌਦਾ ਕੀਤਾ ਕਿ ਉਹ ਸੌਦਾ ਅੱਜ ਵੀ ਚੱਲ ਰਿਹਾ ਹੈ, ਉਹ 20 ਰੁਪਏ ਅੱਜ ਵੀ ਚੱਲ ਰਹੇ ਆ, ਉਹ ਖਤਮ ਨਹੀਂ ਹੋਏ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਯਾਤਰਾ ਕੀਤੀ। ਉਸ ਯਾਤਰਾ ਦੇ ਰਾਹੀਂ ਉਹਨਾਂ ਨੇ ਘੁੰਮ ਫਿਰ ਕੇ ਦੁਨੀਆ ਨੂੰ ਦੇਖਿਆ ਤੇ ਜੋ ਗਿਆਨ ਹਾਸਲ ਕੀਤਾ ਉਸ ਗਿਆਨ ਨੂੰ ਆਪਣੀ ਗੁਰਬਾਣੀ ਦੇ ਵਿੱਚ ਦਰਜ ਕੀਤਾ। ਸੋ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸਾਡੇ ਗੁਰੂ ਨੇ, ਅਸੀਂ ਹਰ ਰੋਜ਼ ਉਹਨਾਂ ਨੂੰ ਨਤਮਸਤਕ ਹੁੰਨੇ ਆ, ਸੀਸ ਝੁਕਾਉਂਦੇ ਆ। ਔਰ ਜੇਕਰ ਸਾਨੂੰ ਰਸਤੇ ਦੇ ਵਿੱਚ ਕਿਧਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦਾ ਮਿਲ ਜਾਂਦਾ ਹੈ, ਉਹਨਾਂ ਦੀ ਸਵਾਰੀ ਜਾ ਰਹੀ ਹੁੰਦੀ ਹੈ, ਤਾਂ ਵੀ ਅਸੀਂ ਪੂਰੇ ਜਿਹੜਾ ਆਦਰ ਸਤਿਕਾਰ ਦੇ ਨਾਲ ਜਿਹੜਾ ਹੈ ਉਹਨਾਂ ਦਾ ਵੈਲਕਮ ਕਰਦੇ ਹਾਂ। ਇੱਕ ਘਾਟ ਜਿਹੜੀ ਰੜਕਦੀ ਹੈ ਉਹ ਇਹ ਕਿ ਉਹਨਾਂ ਦੇ ਗਿਆਨ ਨੂੰ ਜਿਹੜਾ ਅਸੀਂ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਸਫਲ ਨਹੀਂ ਹੋਏ। ਉਹਨਾਂ ਦੇ ਗਿਆਨ ਨੂੰ ਅਸੀਂ ਆਪਣੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਪਣਾ ਨਹੀਂ ਸਕੇ। ਬਹੁਤ ਸਾਰੀਆਂ ਗੱਲਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ, ਜਿਸ ਤਰ੍ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਕਿੱਡੀ ਵੱਡੀ ਗੱਲ ਕਹੀ ਉਹਨਾਂ ਨੇ ਆਪਣੇ ਇਸ ਇੱਕ ਪੰਕਤੀ ਦੇ ਵਿੱਚ ਹੀ ਕਿ ਹਵਾ ਸਾਡਾ ਗੁਰੂ ਹੈ। ਜਿਸ ਤਰ੍ਹਾਂ ਗੁਰੂ ਬਿਨਾਂ ਕਿਸੇ ਭੇਦਭਾਵ ਤੋਂ ਆਪਣੇ ਹਰ ਇੱਕ ਸ਼ਿਸ਼ ਨੂੰ, ਆਪਣੇ ਹਰ ਇੱਕ ਵਿਦਿਆਰਥੀ ਨੂੰ ਗਿਆਨ ਦਿੰਦਾ ਹੈ, ਉਸੇ ਤਰ੍ਹਾਂ ਹਵਾ ਜਿਹੜੀ ਬਿਨਾਂ ਕਿਸੇ ਭੇਦਭਾਵ ਤੋਂ ਹਰ ਇੱਕ ਨੂੰ ਸਾਹ ਦਿੰਦੀ ਹੈ, ਆਕਸੀਜਨ ਦਿੰਦੀ ਹੈ। ਪਾਣੀ ਸਾਡਾ ਪਿਤਾ ਹੈ। ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਦਾ ਹੈ, ਉਸੇ ਤਰ੍ਹਾਂ ਪਾਣੀ ਸਾਡਾ ਪਾਲਣ ਪੋਸ਼ਣ ਕਰਦਾ ਹੈ, ਸਾਡੇ ਜੀਵਨ ਨੂੰ ਬਚਾਉਣ ਦੇ ਵਿੱਚ ਸਹਾਈ ਹੈ। ਧਰਤੀ ਜਿਹੜੀ ਸਾਡੀ ਮਾਤਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਖਾਣਾ ਖਵਾਉਂਦੀ ਹੈ, ਉਹਦੇ ਲਈ ਖਾਣੇ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਧਰਤੀ ਸਾਨੂੰ ਸਾਡਾ ਸਭ ਦਾ ਪੇਟ ਭਰਦੀ ਹੈ। ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਸੰਭਾਲਣ ਦੀ ਬੜੀ ਜ਼ਰੂਰਤ ਹੈ। ਪਰ ਦੇਖਣ ਦੇ ਵਿੱਚ ਆਉਂਦਾ ਕਿ ਅਕਸਰ ਹੀ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦਾ ਇੰਨਾ ਕੁ ਨਿਰਾਦਰ ਕਰ ਰਹੇ ਹਾਂ ਕਿ ਹੁਣ ਤਾਂ ਜਿਹੜੇ ਵਿਗਿਆਨੀ ਨੇ ਜਾਂ ਚਿੰਤਕ ਲੋਕ ਨੇ, ਉਹ ਵੀ ਇਹਦੇ ਬਾਰੇ ਬਹੁਤ ਜ਼ਿਆਦਾ ਫਿਕਰਮੰਦ ਹੋ ਚੁੱਕੇ ਆ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹਵਾ ਦਾ ਤਾਂ ਤੁਹਾਨੂੰ ਹਰ ਰੋਜ਼ ਟੀਵੀ ਚੈਨਲਾਂ 'ਤੇ ਖਬਰਾਂ ਸੁਣਨ ਨੂੰ ਮਿਲਦੀਆਂ ਹੋਣਗੀਆਂ, ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਹਵਾ ਦੂਸ਼ਿਤ ਹੋ ਚੁੱਕੀ ਹੈ। ਸਾਡੇ ਉੱਤਰ ਪ੍ਰਦੇਸ਼, ਦਿੱਲੀ ਦੇ ਕਈ ਸ਼ਹਿਰ ਹੈ ਜਿਹੜਾ ਉਹਨਾਂ ਦਾ AQI ਲੈਵਲ ਜਿਹੜਾ ਹੈਗਾ ਉਹ ਬੜੇ ਖਤਰਨਾਕ ਲੈਵਲ 'ਤੇ ਪਹੁੰਚ ਗਿਆ, ਜਿਹਦੇ ਨਾਲ ਬਿਮਾਰੀਆਂ ਪੈਦਾ ਹੋ ਰਹੀਆਂ, ਸਾਹ, ਦਮਾ, ਅਲਰਜੀ, TB, ਖੰਘ ਵਰਗੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਮਿਲ ਰਹੀਆਂ। ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖਾਤਮੇ ਵਾਲੇ ਪਾਸੇ ਨੂੰ ਜਾ ਰਿਹਾ ਹੈ ਤੇ ਦਰਿਆਵਾਂ ਦਾ ਪਾਣੀ ਸਾਡਾ ਇੰਨਾ ਕੁ ਗੰਧਲਾ ਹੋ ਚੁੱਕਿਆ ਹੈ, ਉਹਨਾਂ ਦੇ ਵਿੱਚ ਸੀਵਰੇਜ ਦਾ ਪਾਣੀ, ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਉਹਦੇ ਵਿੱਚ ਰਲ ਰਿਹਾ ਹੈ।
ਸੋ ਜੇਕਰ ਧਰਤੀ ਹੇਠਲਾ ਪਾਣੀ ਖਤਮ ਹੋ ਜਾਂਦਾ ਹੈ ਤੇ ਦਰਿਆਈ ਪਾਣੀ ਸਾਡਾ ਪੀਣ ਯੋਗ ਨਹੀਂ, ਤਾਂ ਜ਼ਿੰਦਗੀ ਕਿਸ ਤਰ੍ਹਾਂ ਸੰਭਵ ਰਹੇਗੀ ਧਰਤੀ ਤੇ। ਬਹੁਤ ਸਾਰੇ ਵਿਗਿਆਨੀ ਇਹ ਭਵਿੱਖਬਾਣੀ ਕਰ ਰਹੇ ਆ ਕਿ ਅਗਲੇ 30 ਸਾਲਾਂ ਤੱਕ 2050 ਤੱਕ ਪੰਜਾਬ ਰੇਗਿਸਤਾਨ ਬਣ ਜਾਏਗਾ। ਇਸੇ ਤਰ੍ਹਾਂ ਹੀ ਧਰਤੀ ਜਿਹਨੂੰ ਅਸੀਂ ਮਾਂ ਕਹਿੰਦੇ ਆ, ਅਸੀਂ ਸਾਲ ਦੇ ਵਿੱਚ 2 ਵਾਰੀ ਉਹਦਾ ਸੇਵਾ ਬਾਲਦੇ ਹਾਂ। ਚਾਹੇ ਕਿ ਉਹਦੇ ਵਿੱਚ ਸਰਕਾਰਾਂ ਦੋਸ਼ੀ ਨੇ, ਪਰ ਸਰਕਾਰਾਂ ਵਿੱਚ ਦੋਸ਼ ਕੱਢ ਕੇ ਅਸੀਂ ਬਚ ਨਹੀਂ ਸਕਦੇ। ਅਸੀਂ ਵੀ ਕਿਤੇ ਨਾ ਕਿਤੇ ਦੋਸ਼ੀ ਹੈਗੇ ਆ ਉਹਦੇ ਵਿੱਚ, ਕਿਉਂਕਿ ਖੇਤਾਂ ਦੀ ਜਿਹੜੀ ਰਹਿੰਦ ਖੂੰਹਦ ਹੈ, ਅਗਲੀ ਫਸਲ ਲਈ ਖੇਤ ਨੂੰ ਤਿਆਰ ਕਰਨਾ ਕਿਸਾਨ ਦੀ ਮਜਬੂਰੀ ਹੁੰਦੀ ਹੈ। ਉਹਨੂੰ ਜਲਦੀ ਹੁੰਦੀ ਹੈ ਇਸ ਚੀਜ਼ ਦੀ ਕਿ ਵੀ ਅਗਲੀ ਫਸਲ ਲਈ ਮੇਰਾ ਖੇਤ ਤਿਆਰ ਹੋਵੇ। ਇਸ ਕਰਕੇ ਉਹ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੰਦੇ ਆ। ਕੱਲ੍ਹ ਸੁਪਰੀਮ ਕੋਰਟ ਨੇ ਵੀ ਬੜੀਆਂ ਤਲਖ ਟਿੱਪਣੀਆਂ ਕੀਤੀਆਂ ਇਹਦੇ 'ਤੇ, ਸਰਕਾਰ ਨੂੰ ਵੀ ਬੜਾ ਖਿੱਚਿਆ, ਕਿਸਾਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਥੋੜ੍ਹੀ ਰਾਹਤ ਦਿੱਤੀ ਹੈ ਕਿ ਕਿਸਾਨਾਂ 'ਤੇ ਦੋਸ਼ ਮੜ ਕੇ ਜਿਹੜਾ ਹੈਗਾ ਸਰਕਾਰ ਬਚ ਨਹੀਂ ਸਕਦੀ। ਪਰ ਅਜਿਹੇ ਮਾਹੌਲ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਇੱਦਾਂ ਦੇ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਹੀਂ ਬਾਲ ਰਹੇ ਔਰ ਵਧੀਆ ਝਾੜ ਲੈ ਰਹੇ। ਔਰ ਉਹਨਾਂ ਦੇ ਖੇਤਾਂ ਦੇ ਵਿੱਚ ਅਸੀਂ ਖੁਦ ਵੀ ਜਾਂਦੇ ਹਾਂ ਔਰ ਲੋਕਾਂ ਨੂੰ ਵੀ ਲਿਜਾ ਕੇ ਵਿਖਾਉਂਦੇ ਹਾਂ ਕਿ ਆਹ ਦੇਖੋ ਕਿ ਪਰਾਲੀ ਨੂੰ ਬਿਨਾਂ ਜਲਾਇਆਂ ਵੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਸੋ ਗੁਰਪ੍ਰੀਤ ਚੰਦਬਾਜਾ ਜੀ, ਜੋ ਕਿ ਸਾਡੇ ਭਾਈ ਕਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਹੈ, ਉਹਨਾਂ ਨੇ ਇਸ ਵਾਰ ਦੂਸਰਿਆਂ ਆਪਦੇ ਨੇੜੇ ਦੇ ਕਿਸਾਨਾਂ ਨਾਲੋਂ 6 ਮਣ ਵੱਧ ਝਾੜ ਲਿਆ ਪ੍ਰਤੀ ਕਿੱਲਾ। ਸੋ ਜੇਕਰ ਉਹ ਕਰ ਸਕਦੇ ਆ ਤਾਂ ਬਾਕੀ ਵੀ ਕਰ ਸਕਦੇ ਆ, ਹਾਲਾਂਕਿ ਕੋਈ ਐਕਸਟਰਾ ਖਰਚਾ ਕਰਨ ਦੀ ਲੋੜ ਨਹੀਂ ਪੈਂਦੀ ਉਹਦੇ 'ਤੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਜੋ ਸਿੱਖਿਆਵਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ, ਅਸੀਂ ਉਹਨਾਂ 'ਤੇ ਅਮਲ ਕਰਨ ਤੋਂ ਪਛੜ ਰਹੇ ਹਾਂ। ਸੋ ਅੱਜ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਰਜੀਤ ਸਿੰਘ ਜੀ ਦੋਧਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਤੁਹਾਨੂੰ ਉਹਨਾਂ ਦੇ ਰੂਬਰੂ ਕਰਨ ਜਾ ਰਿਹਾ। ਬਾਬੇ ਨੇ ਤਾਂ ਅੰਧ ਵਿਸ਼ਵਾਸ ਦੇ ਬਖੀਏ ਦੇੜ ਤੇ ਜਿਹਨੂੰ ਕਹਿੰਦੇ ਆ, ਉਹਨੇ ਤਾਂ ਕਿਸੇ ਅੰਧ ਵਿਸ਼ਵਾਸ ਨੂੰ ਮੰਨਣ ਦੀ ਗੱਲ ਹੀ ਨਹੀਂ ਕੀਤੀ। ਉਹ ਕਹਿੰਦਾ ਸੀ ਕਿ ਅੰਧ ਵਿਸ਼ਵਾਸਾਂ ਵਾਲੇ ਬੰਦੇ ਨੂੰ ਸੁਧਰਨਾ ਚਾਹੀਦਾ, ਉਹਨੂੰ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਫੇਰ ਉੱਥੇ ਹੀ ਆ ਗਏ। ਅਸੀਂ ਨੱਕ ਰਗੜੀ ਜਾਂਦੇ ਹਾਂ, ਅਸੀਂ ਅੰਦਰੋਂ ਪਿਉਰੀਫਿਕੇਸ਼ਨ ਨਹੀਂ ਕਰਦੇ। ਮਾਈਂਡ ਦੀ ਪਿਉਰੀਫਿਕੇਸ਼ਨ ਕਰੋ। ਮਨ ਦੀ ਸ਼ੁੱਧਤਾ ਹੋਣੀ ਬਹੁਤ ਜ਼ਰੂਰੀ ਆ। ਬਾਹਰੋਂ ਧੋਤੀ ਤੂੰਬੜੀ, ਅੰਦਰੋਂ ਵਿਸਨ ਕੋਲ ਸਾਧ ਭਲੇ ਹਨ ਨਾਪਿਆਂ ਚੋਰ ਚਸੋਰਾ ਚੋਰ ਤਾਂ ਚੋਰ ਹੀ ਰਹਿ ਜਾਂਦਾ। ਬਾਹਰੋਂ ਤੂੰਬੜੀ ਆ ਜਿਹੜੀ ਕੌੜਾ ਤੁੰਮਾ ਜਿੰਨਾ ਮਰਜ਼ੀ ਧੋਈ ਚੱਲੋ, ਉਹਦੇ ਚੋਂ ਕਰਤਨ ਹੀ ਨਹੀਂ ਜਾਣੀਗੀ। ਕਰਤਨ ਕਦੋਂ ਜਾਣੀ ਆ? ਜਦੋਂ ਤੁਹਾਡਾ ਹਿਰਦਾ ਪਵਿੱਤਰ ਹੋਇਆ। ਯਾਰ ਬਾਬੇ ਨਾਨਕ ਨੇ ਕਿੱਥੇ ਕਿੱਥੇ ਨਹੀਂ ਕਿਹਾ। ਅਸੀਂ ਹੁਣ ਜ਼ੋਰ ਲਾਈ ਜਾਂਦੇ ਹਾਂ ਕਿ HIV ਪੋਜ਼ਿਟਿਵ ਆ ਗਏ ਜੀ, ਆਹ ਕੁਛ ਹੋ ਗਿਆ ਜੀ, ਆਹ ਕੁਛ ਹੋ ਗਿਆ। ਬਾਬੇ ਨਾਨਕ ਦੀ ਉਹ ਬਾਣੀ ਤਾਂ ਪੜ੍ਹ ਕੇ ਦੇਖੋ, ਜਿਹਦੇ ਵਿੱਚ ਉਹਨੇ ਕਿਹਾ ਕਿ ਇਹ ਜਿਹੜੀਆਂ ਔਰਤਾਂ ਨੇ, ਇਹਨਾਂ ਨੂੰ ਮਾਂ ਭੈਣ ਸਮਝ, ਇਹ ਪਰਾਈਆਂ ਨਹੀਂ। ਅਸੀਂ ਕਿੱਥੇ ਕਿਹੋ ਜਿਹਾ ਹੋ ਗਿਆ, ਸਾਡਾ ਦਿਮਾਗ ਕਿਹੋ ਜਿਹਾ ਹੋ ਗਿਆ। ਸਾਨੂੰ ਬਾਬੇ ਨਾਨਕ ਦੀ ਬਾਣੀ 'ਤੇ ਚੱਲਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣਾ ਪਿਉਰੀਫਾਈ ਕਰਨਾ ਪੈਣਾ। ਸਾਡੇ ਮਨ ਨੂੰ ਸ਼ੁੱਧ ਰੱਖਣ ਦੀ ਲੋੜ ਆ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੀ। ਜਦੋਂ ਇਹ ਬਾਬਾ ਨਾਨਕ ਸਾਨੂੰ ਕਹਿੰਦਾ, ਉਦੋਂ ਕਿਹੜੀ ਸਿੱਖਿਆ ਦਿੱਤਾ? ਜਦੋਂ ਕਹਿੰਦਾ ਸ਼ੀ ਇਜ਼ ਗ੍ਰੇਟਰ ਦੈਨ ਹੀ,
ਕਿ ਔਰਤ ਮਹਾਨ ਆ ਮਰਦ ਨਾਲੋਂ, ਉਦੋਂ ਕਿਹੜੀ ਗੱਲ ਕਹਿੰਦਾ ਹੁੰਦਾ। ਮੈਂ ਕਹਿੰਦਾ ਕਿ ਬਾਬੇ ਨਾਨਕ ਨੂੰ ਸਿਰਫ 2 ਜਾਣਿਆਂ ਨੇ ਪਛਾਣਿਆ ਸੀ, ਬਾਕੀ ਕਿਸੇ ਨੇ ਨਹੀਂ ਪਛਾਣਿਆ ਸੀਗਾ। ਮੈਂ ਤੇ ਕਾਲੂ ਨੇ ਤਾਂ ਲੱਫੜ ਮਾਰਤੇ ਸੀ ਬਾਬੇ ਨਾਨਕ ਦੇ, ਵੀ ਜਾ ਤੈਨੂੰ ਮੈਂ ਬਿਜ਼ਨਸ ਕਰਨ ਭੇਜਿਆ ਸੀ, ਆਹ ਕੀ ਕਰਤਾ ਤੂੰ 20 ਰੁਪਈਆਂ ਦਾ, ਕੁਛ ਹੋਰ ਹੀ ਲਿਆ। ਉਹ ਦੁਨੀਆ ਤੇ ਉਸੇ ਬਾਬੇ ਨਾਨਕ ਦੇ 20 ਰੁਪਈਆਂ ਦੇ ਸੱਚੇ ਸੌਦੇ ਦਾ ਦੁਨੀਆ ਭਰ 'ਚ ਲੰਗਰ ਚੱਲਦਾ, ਕਿਤੇ ਤੁਹਾਨੂੰ ਧੋਖਾ ਨਹੀਂ ਮਿਲਦਾ। ਮੇਰੇ ਫਾਰਨ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਸੀ ਕਿਸੇ ਨੇ ਪਿੱਛੇ ਜੇ, ਕਿ ਉਹ ਬੰਦੇ ਨੂੰ ਸਜ਼ਾ ਹੋ ਗਈ, ਉਹਨੇ ਬ੍ਰੈਡ ਕਿਸੇ ਦਾ ਚੋਰੀ ਕਰ ਲਿਆ, ਤਾਂ ਜੱਜ ਉਹਨੂੰ ਕਹਿੰਦਾ ਕਿਤੇ ਗੁਰਦੁਆਰਾ ਨਹੀਂ ਸੀ ਤੈਨੂੰ ਦੱਸਿਆ, ਉੱਥੇ ਤੈਨੂੰ ਫ੍ਰੀ ਰੋਟੀ ਮਿਲ ਜਾਣੀ ਸੀ, ਬਾਬੇ ਨਾਨਕ ਦੇ ਘਰ ਤੈਨੂੰ ਫ੍ਰੀ ਪ੍ਰਸ਼ਾਦਾ ਮਿਲ ਜਾਣਾ ਸੀ। ਬਾਬੇ ਨਾਨਕ ਦੀ ਬਾਣੀ ਦੇ ਨਾਲ ਨਾਲ ਉੱਥੇ ਉਹਨਾਂ ਨੇ ਕਿਰਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਬਰਾਬਰਤਾ ਦੀ ਵੀ ਗੱਲ ਕੀਤੀ। ਸਾਨੂੰ ਬਰਾਬਰਤਾ, ਸਾਡੇ ਅੰਦਰ ਪਹਿਲਾਂ ਬਰਾਬਰਤਾ ਹੋਣੀ ਚਾਹੀਦੀ ਹੈ, ਸਾਡਾ ਪਹਿਲਾਂ ਆਪਦਾ ਮਨ ਸਾਫ਼ ਹੋਣਾ ਚਾਹੀਦਾ, ਫਿਰ ਅਸੀਂ ਦੂਜੇ ਪਾਸੇ ਕਰਾਂਗੇ। ਬਾਬਾ ਨਾਨਕ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕਹਿਤਾ ਸੀਗਾ ਕਿ ਜਾਓ ਤੁਸੀਂ, ਬਾਬਾ ਨਾਨਕ ਅਸੀਂ ਤੈਨੂੰ ਨਹੀਂ ਜਾਣਦੇ, ਚੱਲ ਇੱਥੇ ਸਾਡੇ ਪਿੰਡੋਂ ਭੱਜ ਜਾ, ਬਾਬਾ ਨਾਨਕ ਨੇ ਉਹਨਾਂ ਨੂੰ ਵੀ ਕਹਿ ਕੇ ਬਸ ਦੇ। ਜਿਨ੍ਹਾਂ ਨੇ ਪ੍ਰਸ਼ਾਦਾ ਛਕਾਇਆ, ਰਾਤ ਨੂੰ ਰਹਿਣ ਲਈ ਥਾਂ ਦਿੱਤਾ ਵਧੀਆ, ਸਵੇਰੇ ਕਹਿੰਦੇ ਉੱਜੜ ਜੋ, ਤਾਂ ਮਰਦਾਨਾ ਕਹਿੰਦਾ ਬਾਬਾ ਜੀ ਆਹ ਕੀ ਕਰੀ ਜਾਂਦੇ ਆ, ਜਿਨ੍ਹਾਂ ਨੇ ਪ੍ਰਸ਼ਾਦਾ ਵੀ ਛਕਾਇਆ, ਰਹਿਣ ਲਈ ਆਪਾਂ ਨੂੰ ਸਹੂਲਤਾਂ ਵੀ ਦਿੱਤੀਆਂ, ਸਾਰੀਆਂ ਆਪਾਂ ਨੂੰ ਲੋੜਾਂ ਆਪਣੀਆਂ ਪੂਰੀਆਂ ਕੀਤੀਆਂ, ਕਹਿੰਦੇ ਉੱਜੜ ਜੋ। ਕਹਿੰਦੇ ਜਿੱਥੇ ਜਾਣਗੇ ਆਪਣੇ ਵਰਗੇ ਆ ਸੰਦੇਸ਼ ਦੇਣਗੇ, ਤੇ ਜਿਹੜੇ ਮਾੜੇ ਬੰਦੇ ਆ ਇੱਥੇ ਹੀ ਰਹਿਣਗੇ, ਇਹ ਕਿਤੇ ਬਾਹਰ ਜਾ ਕੇ ਮਾੜੇ ਨਾ ਬਣ ਜਾਣ। ਸਾਨੂੰ ਸੁਚੇਤ ਹੋਣ ਦੀ ਲੋੜ ਆ, ਸਾਨੂੰ ਕੁਝ ਸਿੱਖਣ ਦੀ ਲੋੜ ਆ। ਜੇ ਬਾਬੇ ਨਾਨਕ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਸੀਂ ਯਾਦ ਰੱਖੀਏ, ਬਾਬੇ ਨਾਨਕ ਦੇ ਦਿੱਤੇ ਹੋਏ ਸਿਧਾਂਤਾਂ ਨੂੰ ਅਸੀਂ ਯਾਦ ਰੱਖੀਏ। ਬਾਬੇ ਨਾਨਕ ਨੇ ਜਿਹੜੀ ਬਾਣੀ ਸਾਨੂੰ ਦਿੱਤੀ ਆ ਉਹਨੂੰ ਆਪਣੇ ਅੰਦਰ ਵਸਾ ਲਈਏ, ਤੇ ਨਹੀਂ ਤਾਂ ਫਿਰ ਠੀਕ ਆ ਬਈ ਜੇ ਰੱਬ ਨਹਾਤਿਆਂ ਧੋਤਿਆਂ ਮਿਲਦਾ ਤੇ ਫਿਰ ਡੱਡੂਆਂ ਮੱਛੀਆਂ ਕੱਛੂ ਕੰਮਿਆਂ ਨੂੰ ਮਿਲ ਜਾਂਦਾ, ਉਹ ਜਿਹੜੇ ਰਹਿੰਦੇ ਹੀ ਪਾਣੀ 'ਚ ਆ, ਫਿਰ ਸਾਡਾ ਕੀ ਸੀਗਾ। ਤਾਂ ਇੱਕੋ ਹੀ ਗੱਲ ਬਾਬੇ ਨਾਨਕ ਨੇ ਕਹੀ ਹੈ, ਪਿਉਰੀਫਿਕੇਸ਼ਨ ਆਫ ਮਾਈਂਡ, ਮਨ ਦੀ ਸ਼ੁੱਧਤਾ ਜਦੋਂ ਹੋ ਗਈ ਹੈ ਨਾ, ਤੁਹਾਡਾ ਬਾਹਰਲਾ ਲਿਬਾਸ ਕਿਸੇ ਨੇ ਨਹੀਂ ਦਿਖਣਾ, ਕਿਸੇ ਨੇ ਨਹੀਂ ਉਹਨੂੰ ਪਛਾਣਨਾ। ਬਾਬਾ ਨਾਨਕ ਤਾਂ ਜਿੱਥੇ ਗਿਆ ਉਹਨਾਂ ਵਰਗਾ ਹੋ ਗਿਆ। ਜਿਹੇ ਲੋਕਾਂ ਵਿੱਚ ਵਿਚਰਿਆ, ਉਹਨਾਂ ਲੋਕਾਂ ਨਾਲ ਵਿਚਾਰ ਚਰਚਾ ਕਰਦਾ ਰਿਹਾ, ਲੋਕਾਂ ਨੂੰ ਸਮਝਾਉਂਦਾ ਰਿਹਾ ਕਿ ਆਓ ਦੁਨੀਆ ਨੂੰ ਸੋਹਣਾ ਬਣਾਈਏ, ਆਓ ਇਸ ਧਰਤੀ ਨੂੰ ਹਰਿਆਵਲ ਨਾਲ ਹਰੀ ਭਰੀ ਕਰ ਦਈਏ, ਆਓ ਇਸ ਅੰਮ੍ਰਿਤ ਨੂੰ, ਪਾਣੀ ਨੂੰ ਸੋਹਣਾ ਬਣਾਈਏ, ਇਹਨੂੰ ਸਾਫ਼ ਰੱਖੀਏ, ਇਹਨੂੰ ਗੰਦਲਾ ਨਾ ਹੋਣ ਦਈਏ, ਇਹ ਪੀਣ ਯੋਗ ਰਹੇ। ਉਹ ਬਾਬਾ ਨਾਨਕ ਨੇ ਤਾਂ ਸਾਨੂੰ ਇੰਨਾ ਕੁਛ ਕਿਹਾ ਸੀ। ਇਸ ਕਰਕੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਸੀ ਜਿਹੜੀਆਂ, ਉਹਨਾਂ 'ਤੇ ਅੱਜ ਅਮਲ ਕਰਨ ਦੀ ਲੋੜ ਆ, ਤਾਂ ਹੀ ਸਾਡਾ ਅਸੀਂ ਸਾਰਥਕ ਹੋਵਾਂਗੇ ਕਿ ਬਾਬੇ ਨਾਨਕ ਦਾ ਗੁਰਪੁਰਬ ਮਨਾਉਣਾ। ਤੇ ਨਹੀਂ ਫਿਰ ਅਸੀਂ ਬਈ ਠੀਕ ਆ, ਸੁਣ ਲਓਗੇ, ਗੱਲਾਂ ਕਰ ਲਾਂਗੇ, ਆਪਾਂ ਗੱਲਾਂ ਕਰ ਹੀ ਲਈਆਂ ਨੇ। ਅੱਜ ਇੱਕ ਗੱਲ ਨਾਲ ਲੈ ਕੇ ਚੱਲੋ ਕਿ ਬਾਬੇ ਨਾਨਕ ਦੇ 3 ਸਿਧਾਂਤਾਂ 'ਚੋਂ ਇੱਕ ਲੈ ਕੇ ਚੱਲੋ ਆਪੇ, ਉਹ ਹੈਗਾ ਕਿਰਤ ਕਰਨੀ, ਸੱਚੀ ਸੁੱਚੀ ਕਿਰਤ ਕਰਨੀ। ਤੇ ਜੇ ਸੱਚੀ ਸੁੱਚੀ ਕਿਰਤ ਕਰਨੀ ਕੋਈ ਸਿੱਖ ਗਿਆ, ਫਿਰ ਉਹਦੇ 'ਚੋਂ ਦਸਵੰਧ ਵੀ ਕੱਢ, ਤੇ ਉਹ ਦਸਵੰਧ ਕਹਿੰਦੇ ਆ ਵੀ ਕੰਪਾਊਂਡ ਇੰਟਰਸਟ ਜੁੜਦਾ ਰਹਿੰਦਾ, ਉਹਨੂੰ ਲੋੜ ਨਹੀਂ ਫਿਰ ਕਹਿੰਦੇ, ਆਪਣੇ ਆਪ ਹੀ। ਤੇ ਮੈਂ ਖਾਸ ਕਰਕੇ ਇਹਨਾਂ ਬੇਟੀਆਂ ਬੱਚਿਆਂ ਨੂੰ ਕਹੂੰਗਾ, ਤੁਸੀਂ ਭਵਿੱਖ ਜਿੱਦੇ ਪੁੱਤ ਮੇਰੇ ਹੋ ਤੁਸੀਂ ਮੂਧੇ ਮੂੰਹ ਡਿੱਗ ਪਏ ਨਾ, ਕਿਸੇ ਨੇ ਨਹੀਂ ਤੁਹਾਨੂੰ ਸੰਭਾਲਣਾ, ਦੁਨੀਆ ਲਤੜ ਕੇ ਲੰਘ ਜੂ ਤੁਹਾਡੇ ਉੱਤੋਂ ਦੀ, ਕਿਸੇ ਨੇ ਨਹੀਂ ਤੁਹਾਡੀ ਬਾਂਹ ਫੜ ਕੇ ਤਾਂ ਉਠਾਉਣਾ ਸੀ। ਅੱਜ ਲੋੜ ਆ ਸਾਨੂੰ ਕਿ ਅਸੀਂ ਆਪਣੇ ਪੈਰਾਂ ਸਿਰ ਜੇ ਆਪ ਖੜਨਾ, ਤੇ ਸਾਨੂੰ ਕਿਸੇ ਰਹਿਬਰ ਦੇ ਉਹਦੇ ਕਹੇ ਹੋਏ ਬੋਲਾਂ ਦੇ ਉੱਤੇ ਤੁਰਨਾ ਪਊਗਾ, ਸਾਨੂੰ ਉਹਨਾਂ ਸਿੱਖਿਆਵਾਂ ਦੇ ਉੱਤੇ ਚੱਲਣਾ ਪਊਗਾ। ਅਸੀਂ ਲੋਕ ਵਿਖਾਵਿਆਂ ਤੋਂ ਪਾਸੇ ਹੋਈਏ, ਅੰਧ ਵਿਸ਼ਵਾਸਾਂ ਤੋਂ ਪਾਸੇ ਹੋਈਏ, ਜਿਹੜਾ ਬਾਬਾ ਨਾਨਕ ਸਾਨੂੰ ਕਹਿ ਗਿਆ ਸੀਗਾ ਉਹ ਤੋਂ ਬਚੀਏ। ਮਸਾਂ ਮਾਵਾਂ ਨੇ ਸਾਡੀਆਂ ਨੇ ਨੱਕ ਤਿੱਖੇ ਕੀਤੇ ਖਿੱਚ ਖਿੱਚ ਕੇ,
ਕਿਉਂ ਰਗੜੀ ਜਾਂਦੇ ਆ ਥਾਵਾਂ ਥਾਂ 'ਤੇ ਜਾ ਕੇ? ਕਿਉਂ ਅਸੀਂ ਅੰਧ ਵਿਸ਼ਵਾਸਾਂ 'ਚ ਪਏ ਆ? ਕਿਸੇ ਦੇ 20 ਖੰਮਣੀਆਂ ਬੰਨੀਆਂ। ਮੈਨੂੰ ਤਾਂ ਬੜਾ ਹੈਰਾਨੀ ਆਉਂਦੀ ਆ, ਸਾਨੂੰ ਪਤਾ ਹੀ ਨਹੀਂਗਾ ਵੀ ਅਸੀਂ ਇਹ ਗਹਿਣੇ ਗੁਣੇ ਦੇ ਕਿਵੇਂ ਵਰਤਦੇ ਸੀ। ਮੁੰਡੇ ਹੁਣ ਨਾ ਇੱਕ ਪਾਉਣ ਲੱਗ ਗਏ ਇੱਕ ਪਾਸੇ ਵੰਗ ਜੀ ਲੱਤ 'ਚ। ਅਰੇ ਕੀ ਸੀ ਉਹ? ਤੁਹਾਨੂੰ ਪਤਾ ਇਹਦਾ ਇਤਿਹਾਸ ਕੀ ਸੀ? ਮੁਗਲਾਂ ਨੇ ਜਦੋਂ, ਤੁਰਕਾਂ ਨੇ ਜਦੋਂ ਕਿਸੇ ਨੂੰ ਗੁਲਾਮ ਬਣਾਇਆ ਸੀ ਤਾਂ ਉਹਦੇ 'ਚ ਪਾ ਦਿੰਦੇ ਸੀ, ਇਹ ਅੰਗਰੇਜ਼ਾਂ ਦੇ ਵੀ ਪਾਏ ਹੋਏ ਸੀ ਕਿ ਜੇ ਉਹ ਬੰਦਾ ਭੱਜ ਜਾਂਦਾ ਇਹ ਤੋਂ ਪਛਾਣਿਆ ਜਾਂਦਾ ਸੀ ਕਿ ਇਹ ਕੈਦੀ ਆ ਸਾਡਾ। ਕਿੰਨਾ ਕੁਛ ਬਾਬੇ ਨਾਨਕ ਨੇ ਸਾਨੂੰ ਔਰਤਾਂ ਨੂੰ ਤਾਂ ਅੰਧ ਵਿਸ਼ਵਾਸ ਤੋਂ ਦੂਰ ਰੱਖਣ ਦੀ ਗੱਲ ਕੀਤੀ ਹੈ। ਵਰਤ ਰੱਖੀ ਜਾਂਦੀਆਂ ਨੇ ਸਾਡੀਆਂ ਕੁੜੀਆਂ ਯਾਰ, ਸਮਝ ਨਹੀਂ ਆਉਂਦੀ। ਮੈਂ ਕਹਿੰਦਾ ਕਿ ਤੁਸੀਂ ਕਿਤੇ ਪੁੱਛ ਕੇ ਦੇਖੋ ਵੀ ਕਿਸੇ ਦੇ ਘਰ ਵਾਲੇ ਨੇ ਰੱਖਿਆ ਤੁਹਾਡੀ ਖਾਤਰ ਵਰਤ? ਤੁਸੀਂ ਉਹਨੂੰ ਸ਼ਰਾਬੀ ਕਬਾਬੀ ਦੇ ਮੂਹਰੇ ਛਾਨਣੀ ਲੈ ਕੇ ਖੜ ਜੰਨੇ, ਚੰਦ ਵਿੱਚ ਦੀ ਕੱਢ ਕੇ ਦਿਖਾ ਕੇ ਮੂੰਹ। ਇਹ ਕੀ ਚੀਜ਼ ਆ? ਬਾਬੇ ਨਾਨਕ ਨੇ ਤਾਂ ਇਹਦਾ ਖੰਡਨ ਕੀਤਾ। ਉਹ ਰਾਤ ਨੂੰ ਲੜਦਾ ਰਹਿੰਦਾ, ਕੁੱਟ ਕਟਾਪਾ ਕਰਦਾ ਰਹਿੰਦਾ, ਉਹਦੇ ਮੂਹਰੇ ਛਾਨਣੀ ਰੱਖ ਕੇ ਚੰਦ ਹੁਣ ਵੀ ਚੜਿਆ। ਤੇਰਾ ਤਾਂ ਰੋਜ਼ ਹੀ ਚੰਦ ਚੜ ਜਾਂਦਾ। ਕਦੇ ਇਹ ਗੱਲਾਂ ਧਿਆਨ ਰੱਖੋ। ਬਾਬੇ ਨਾਨਕ ਤੋਂ ਹਟਵੀਂ ਮੈਂ ਗੱਲ ਕਰ ਰਿਹਾ ਕਿ ਅੰਧ ਵਿਸ਼ਵਾਸ ਆ ਜਿਹੜੇ ਸਾਡੇ ਸਮਾਜ ਨੂੰ, ਉਹੀ ਘੁਣ ਵਾਂਗ ਖਾਈ ਜਾਂਦੇ ਨੇ। ਮੈਂ ਤਾਂ ਬੜਾ ਹੱਸਦਾ ਹੁੰਦਾ। ਮੈਂ ਇਮਤਿਹਾਨ ਹੁੰਦਾ, ਟੀਚਰ ਜ਼ੋਰ ਲਾ ਦਿੰਦਾ, ਟਿਊਸ਼ਨ ਬੱਚਾ ਪੜ੍ਹਨ ਜਾਂਦਾ, ਉਹ ਲਿਖ ਲੂ ਫੱਟੀ ਤੇ ਬਾਬੇ ਨਾਨਕ ਨੂੰ ਫੇਰ ਯਾਦ ਕਰ ਲੈਂਦਾ। ਸਤਿਗੁਰ ਨਾਨਕ ਤੇਰੀ ਓਟ ਮੇਰਾ ਪਰਚਾ ਕਰਦੀ ਲੋਟ। ਬਾਬਾ ਨਾਨਕ ਕੀ ਕਰੋ ਜਦੋਂ ਸਾਰਾ ਦਿਨ ਪੜ੍ਹੇ ਨਹੀਂ? ਐਂ ਤਾਂ ਕਹਿ ਸਕਦਾ ਵੀ ਸਤਿਗੁਰ ਨਾਨਕ ਤੇਰੀ ਓਟ ਮੇਰਾ ਪਰਚਾ ਹੋ ਜੇ ਲੋਟ ਪੋਟ। ਉਹ ਤਾਂ ਹੋ ਹੀ ਜਾਣਾ। ਬਾਬੇ ਨਾਨਕ ਨੇ ਤੁਹਾਨੂੰ ਸਿੱਖਿਆ ਦਿੱਤੀ, ਜੇ ਪੜ੍ਹਨਾ ਤਾਂ ਦਿਲ ਲਾ ਕੇ ਪੜ੍ਹੋ, ਇਕਾਗਰਤਾ ਨਾਲ ਪੜ੍ਹੋ। ਮਨ 'ਚ ਇੱਕ ਸੁਪਨਾ ਸਿਰਜੋ ਕਿ ਮੈਂ ਮਹਾਨ ਬਣਨਾ, ਮੈਂ ਅੱਗੇ ਵਧਣਾ। ਫਿਰ ਆ ਇਕੱਲੇ ਉੱਥੇ ਜਾ ਕੇ, ਇੱਥੇ ਬਾਬੇ ਨਾਨਕ ਦੀ ਗੱਲ ਕਰੀ ਜਾਂਦੇ ਆ, ਉੱਥੇ ਜਾ ਕੇ ਇੱਕ ਮਿੱਟੀ ਦੀ ਵੀ ਪੂਜਾ ਕਰੀ ਜਾਂਦੇ ਆ। ਇਹਨਾਂ ਤੋਂ ਬਚੋ। ਤੁਸੀਂ ਇੱਕ ਦੇਖੋ, ਜਾਂ ਫਿਰ ਉੱਧਰ ਚਲੇ ਜਾਓ ਜਾਂ ਇੱਧਰ ਆ ਜਾਓ। ਪਰ ਬਾਬੇ ਨਾਨਕ ਵਰਗੀ ਸਿੱਖਿਆ ਕਿਸੇ ਨੇ ਨਹੀਂ ਦਿੱਤੀ ਗੀ, ਨਾ ਹੀ ਕਿਸੇ ਨੇ ਹੁਣ ਤੱਕ ਦਿੱਤੀ ਆ, ਨਾ ਇਸ ਤੋਂ ਬਾਅਦ ਵੀ ਕਿਸੇ ਨੇ ਦੇਣੀ ਆ। ਜੋ ਬਾਬਾ ਨਾਨਕ ਸੱਚ ਕਹਿ ਗਿਆ ਉਹ ਰਹਿੰਦੀ ਦੁਨੀਆ ਤੱਕ ਹੋਣੀ ਚਾਹੀਦੀ। ਕਿਉਂਕਿ ਇੱਕ ਤਾਂ ਬੇਬੇ ਨਾਨਕੀ ਨੂੰ ਪਤਾ ਸੀ ਕਿ ਮੇਰਾ ਵੀਰ ਆ ਜਿਹੜਾ ਇਹ ਕੋਈ ਸਧਾਰਨ ਨਹੀਂ, ਤੇ ਦੂਜਾ ਰਾਏ ਬਲਾਰ ਨੂੰ ਪਤਾ ਸੀ ਬੇਟੇ ਬਾਅਦ 'ਚ ਗੱਲਾਂ ਕਰ ਲਿਓ ਪੁੱਤ, ਮੈਂ ਦੇਖੀ ਜਾਂਦਾ ਤੁਹਾਨੂੰ, 3 ਕੁੜੀਆਂ ਮਗਰਲੀਆਂ ਨੂੰ ਨਾ ਮੈਂ ਬਾਤ ਕਰਦਾ, ਇਕੱਲਾ ਬੋਲਦਾ ਹੀ ਨਹੀਂ ਮੈਂ। ਜੇ ਨਹੀਂ ਚੰਗੀਆਂ ਲੱਗਦੀਆਂ ਪੁੱਤ ਪਾਸੇ ਬਹਿ ਜਾਓ, ਤੁਸੀਂ ਡਿਸਟਰਬ ਨਾ ਕਰੋ। ਇੱਕ ਰਾਏ ਬਲਾਰ ਨੂੰ ਪਤਾ ਸੀ ਕਿ ਬਾਬਾ ਨਾਨਕ ਮਹਾਨ ਆ, ਇਹ ਕੋਈ ਆਮ ਸਧਾਰਨ ਨਹੀਂ ਬੱਚਾ। ਇੱਕ ਬੇਬੇ ਨਾਨਕੀ ਨੂੰ ਪਤਾ ਸੀ ਕਿ ਮੇਰਾ ਵੀਰ ਦੁਨੀਆ ਦਾ ਉਹ ਸ਼ਖਸ ਆ ਜਿਹਦੇ ਬਾਰੇ ਕਿਸੇ ਨੂੰ ਹੋਰ ਨੂੰ ਪਤਾ ਹੀ ਨਹੀਂ। ਕਾਲੀ ਬਈ ਜਿਹਨੂੰ ਅੱਜ ਅਸੀਂ ਕਹਿੰਦੇ ਆ, ਉੱਥੇ ਚੁੱਭੀ ਮਾਰ ਕੇ ਲੋਕਾਂ ਦੇ ਵਿੱਚ ਚਰਚਾ ਹੋ ਗਈ ਸੀ ਕਿ ਬਾਬਾ ਨਾਨਕ ਨੂੰ ਪਤਾ ਨਹੀਂ ਕੀ ਹੋ ਗਿਆ, ਨਿਕਲ ਨਹੀਂ ਰਿਹਾ, ਉਹ ਆਏ ਹੋ ਗਿਆ। ਉਹ ਕਹਿੰਦੀ ਮੇਰੇ ਵੀਰ ਨੂੰ ਕੁਛ ਨਹੀਂ ਹੁੰਦਾ, ਉਹਨੂੰ ਪਤਾ। ਰਾਏ ਬਲਾਰ ਨੇ ਵੀ ਇਸੇ ਕਰਕੇ ਮਹਿਤਾ ਕਾਲੂ ਨੂੰ ਕਿਹਾ ਸੀਗਾ ਕਿ ਇਹ ਦੁਨੀਆ ਨੂੰ ਪੂਜਣ ਤਾਰਨ ਵਾਸਤੇ ਆਇਆ, ਇਹ ਪਖੰਡ ਤੋਂ ਦੂਰ ਆ, ਇਹਨੂੰ ਤੂੰ ਨਹੀਂ ਜਾਣਦਾ ਮਹਿਤਾ ਜੀ, ਇਹਨੂੰ ਮੈਂ ਜਾਣਦਾ। ਇਹ 2 ਹੀ ਸ਼ਖਸ ਸੀ ਜਿਨ੍ਹਾਂ ਨੇ ਪਛਾਣਿਆ, ਤੇ ਬਾਕੀ ਤਾਂ ਫਿਰ ਜਿਨ੍ਹਾਂ ਨਾਲ ਉਹਨਾਂ ਦੀ ਵਿਚਾਰ ਚਰਚਾ ਹੋਈ ਉਹਨਾਂ ਨੇ ਬਾਬੇ ਨਾਨਕ ਦੀ ਵਿਦਵਤਾ ਨੂੰ ਪਛਾਣ ਕੇ ਕਹਿ ਦਿੱਤਾ। ਚਾਹੇ ਜਾਬਰ ਕਹਿਣ ਵਾਲਾ ਬਾਬਾ ਨਾਨਕ ਸਾਡਾ ਬਾਬਰ ਨੂੰ ਜਾਬਰ ਕਹਿਣ ਵਾਲਾ ਸੀ, ਤੇ ਚਾਹੇ ਔਰਤ ਨੂੰ ਮਹਾਨ ਕਹਿਣ ਵਾਲਾ ਸੀ, ਚਾਹੇ ਰੱਬ ਨੂੰ ਲਾਂਭਾ ਦੇਣ ਵਾਲਾ ਸੀਗਾ ਵੀ ਤੈਨੂੰ ਨਹੀਂ ਪਤਾ ਲੱਗਦਾ ਕੀ ਕੁਝ ਹੋ ਗਿਆ, ਸਾਰਾ ਕੁਝ ਜੇ ਤੇਰੀ ਰਜ਼ਾ 'ਚ ਹੀ ਹੋ ਰਿਹਾ, ਫਿਰ ਤੂੰ ਹੁਣ ਕੀ ਕਰ ਰਿਹਾ। ਇਸ ਤਰ੍ਹਾਂ ਦਾ ਬਾਬਾ ਨਾਨਕ ਸੀ ਸਾਡਾ। ਉਹ ਇੱਕ ਐਜ ਏ ਟੀਚਰ, ਐਜ ਏ ਪੋਇਟ, ਐਜ ਏ ਸਾਇੰਸਦਾਨ, ਐਜ ਏ ਮਨੋਵਿਗਿਆਨੀ, ਐਜ ਏ ਮਹਾਨ ਯਾਤਰੀ, ਸਾਨੂੰ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਮੈਂ ਕਹਿੰਦਾ ਕਿ ਬਹੁਤ ਗੱਲਾਂ ਹੋ ਗਈਆਂ, ਹੋਰ ਵੀ ਬੁਲਾਰਿਆਂ ਨੇ ਤੁਹਾਡੇ ਨਾਲ ਸਾਡੀਆਂ ਗੱਲਾਂ ਕਰਨੀਆਂ। ਮੈਂ ਨਹਿਰੂ ਯੁਵਾ ਕੇਂਦਰ ਮੋਗਾ ਦੇ ਵਿੱਚ
ਬਤੌਰ ਜ਼ਿਲ੍ਹਾ ਯੂਥ ਅਫਸਰ ਮੋਗਾ ਮੈਂ ਕੰਮ ਕਰ ਰਿਹਾ ਹਾਂ। ਸਾਡੀ ਸੰਸਥਾ ਵੀ ਇਸ ਸਾਲ ਆਪਣਾ 50ਵਾਂ ਜਿਹੜਾ ਵਰ੍ਹਾ ਹੈ ਉਹ ਮਨਾ ਰਹੀ ਹੈ। 1972 ਦੇ ਵਿੱਚ 14 ਨਵੰਬਰ ਨੂੰ ਇਸ ਵਿਭਾਗ ਦੀ ਜਿਹੜੀ ਸਥਾਪਨਾ ਹੋਈ ਸੀ ਅਤੇ ਹੁਣ 21 ਚੱਲ ਪਿਆ ਹੈ ਤੇ ਅਸੀਂ 50ਵੇਂ ਸਾਲ 'ਚ ਪਹੁੰਚੇ ਹਾਂ। ਤੇ ਉਸੇ ਤਰ੍ਹਾਂ ਦੇ ਕੁਝ ਸਮਾਜ ਸੇਵਾ ਦੇ ਕੰਮ ਤੁਸੀਂ ਅਕਸਰ ਦੇਖਦੇ ਹੋ ਕਿ ਅਸੀਂ ਕਰਦੇ ਰਹਿੰਦੇ ਹਾਂ। ਤੇ ਅਸੀਂ ਇੱਕ ਤੁਹਾਡੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅਸੀਂ ਇੱਕ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਾਉਣ ਜਾ ਰਹੇ ਹਾਂ, ਭਾਸ਼ਣ ਪ੍ਰਤੀਯੋਗਿਤਾ। ਉਹਦੇ ਵਿੱਚ 18 ਸਾਲ ਤੋਂ ਲੈ ਕੇ 29 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਹਿੱਸਾ ਲੈ ਸਕਦੇ ਨੇ ਤੇ ਉਹਦਾ ਵਿਸ਼ਾ ਹੈ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ। ਤਾਂ ਜੇਕਰ ਤੁਹਾਡੇ 'ਚੋਂ ਕੋਈ ਚਾਹਵਾਨ ਬੱਚਾ, ਜਿਵੇਂ ਤੁਸੀਂ ਅੱਜ ਇੱਥੇ ਆਏ ਹੋ ਤੇ ਤੁਸੀਂ ਉਸ ਮੁਕਾਬਲੇ 'ਚ ਵੀ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਸਾਡਾ ਦਫ਼ਤਰ ਹੈਗਾ ਇਹ ਅੰਮ੍ਰਿਤਸਰ ਰੋਡ ਦੇ ਉੱਤੇ ਗਲੀ ਨੰਬਰ 8 'ਚ। ਤਾਂ ਉੱਥੇ ਆ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਉਸ ਜ਼ਿਲ੍ਹਾ ਪੱਧਰੀ ਮੁਕਾਬਲੇ ਦੇ ਵਿੱਚ ਅਸੀਂ 3 ਇਨਾਮ ਵੀ ਰੱਖੇ ਆ ਸਾਰਿਆਂ ਲਈ। ਪਹਿਲਾ ਇਨਾਮ 5000 ਹੈ, ਦੂਜਾ ਇਨਾਮ ਸਾਡਾ 2000 ਹੈ ਤੇ ਤੀਜਾ ਇਨਾਮ ਅਸੀਂ 1000 ਰੱਖਿਆ ਹੈ। ਸਾਰਿਆਂ ਨੂੰ ਸਰਟੀਫਿਕੇਟ ਵੀ ਦੇਵਾਂਗੇ। ਤੇ ਜਿਹੜਾ ਜ਼ਿਲ੍ਹੇ 'ਚੋਂ ਪਹਿਲਾ ਬੱਚਾ ਫਸਟ ਆਏਗਾ, ਫਿਰ ਸਟੇਟ ਲੈਵਲ 'ਤੇ ਵੀ ਕੰਪੀਟੀਸ਼ਨ ਹੋਏਗਾ ਸੇਮ ਇਸੇ ਹੀ ਵਿਸ਼ੇ ਦੇ ਉੱਤੇ। ਉੱਥੇ ਵੀ 3 ਇਨਾਮ ਰੱਖੇ ਹੋਏ ਨੇ। ਪਹਿਲਾ ਇਨਾਮ 25000 ਹੈ, ਦੂਜਾ ਇਨਾਮ 15000 ਹੈ ਤੇ ਤੀਜਾ ਇਨਾਮ 5000 ਰੱਖਿਆ ਹੋਇਆ ਹੈ। ਫਿਰ ਜਿਹੜਾ ਪੰਜਾਬ ਦੇ ਵਿੱਚੋਂ ਬੱਚਾ ਪਹਿਲੇ ਨੰਬਰ 'ਤੇ ਆਏਗਾ ਉਹ ਨੈਸ਼ਨਲ ਲੈਵਲ 'ਤੇ ਜਾਏਗਾ। ਉੱਥੇ ਵੀ 3 ਪ੍ਰਾਈਜ਼ ਰੱਖੇ ਹੋਏ ਨੇ। ਪਹਿਲਾ ਇਨਾਮ 2 ਲੱਖ ਰੁਪਏ ਹੈ, ਦੂਜਾ 1 ਲੱਖ ਹੈ ਤੇ ਤੀਜਾ 50000 ਹੈ। ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਮੁਕਾਬਲੇ 'ਚ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੰਚ ਤੇ ਬਿਰਾਜਮਾਨ ਡਾਕਟਰ ਸੁਰਜੀਤ ਸਿੰਘ ਜੀ ਦੌਧਰ, ਹਰਜਿੰਦਰ ਸਿੰਘ ਜੀ ਚਗਾਵਾਂ, ਮਹਿੰਦਰਪਾਲ ਲੂੰਬਾ ਜੀ, ਸਾਡੇ ਸਰਬੱਤ ਦੇ ਭਲਾ ਦੇ ਪ੍ਰਧਾਨ ਹਰਪਿੰਦਰ ਸਿੰਘ ਜਾਨੀਆਂ ਜੀ, ਦਵਿੰਦਰ ਸਿੰਘ ਜੀ ਘੱਲ ਕਲਾਂ, ਅਦਾਰਾ ਮਹਿਕ ਵਤਨ ਦੇ ਐਡੀਟਰ ਭਵਨਦੀਪ ਜੀ ਪੁਰਬਾ ਜੀ, ਗੁਰਸੇਖ ਸਿੰਘ ਸੰਨਿਆਸੀ ਜੀ, ਨਹਿਰੂ ਯੁਵਕ ਕੇਂਦਰ ਤੋਂ ਗੁਰਵਿੰਦਰ ਸਿੰਘ ਜੀ ਅਤੇ ਹੋਰ ਜਿਹੜੇ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਆ। ਬਹੁਤ ਹੀ ਪਿਆਰੇ ਬੱਚਿਓ, ਅੱਜ ਸਾਨੂੰ ਇਹ ਮਾਣ ਮਿਲਿਆ ਵੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅਸੀਂ ਇਹ ਮੁਕਾਬਲਾ ਕਰਾ ਰਿਹਾ। ਔਰ ਮੈਨੂੰ ਯਾਦ ਆ ਪਿਛਲੇ ਸਾਲ ਵੀ ਅਸੀਂ ਇਹ ਕੰਪੀਟੀਸ਼ਨ ਕਰਵਾਇਆ ਸੀ ਔਰ ਬਹੁਤ ਬੱਚਿਆਂ ਨੇ ਇਹਦੇ 'ਚ ਪਾਰਟੀਸਪੇਟ ਕੀਤਾ ਸੀ, ਹਿੱਸਾ ਲਿਆ ਸੀ। ਸੋ ਇਸ ਵਾਰ ਵੀ ਲੂੰਬਾ ਜੀ ਦੀ ਰਹਿਨੁਮਾਈ ਹੇਠ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਬਹੁਤ ਹੀ ਸ਼ਲਾਘਾਯੋਗ ਆ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤਕਰੀਬਨ ਸਾਰੇ ਪੱਖਾਂ ਤੋਂ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਆ, ਉਦਾਸੀਆਂ ਬਾਰੇ ਦੇਤੀ, 20 ਰੁਪਈਆਂ ਦਾ ਜਿਹੜਾ ਲੰਗਰ ਆ ਉਹ ਦੇਖੋ ਰਹਿੰਦੀ ਦੁਨੀਆ ਤੱਕ ਰਹੂਗਾ, ਪਤਾ ਨਹੀਂ ਕਦੋਂ ਕਦਾ ਚੱਲਦਾ ਆ ਰਿਹਾ। ਬਹੁਤ ਜਾਣਕਾਰੀ ਦਿੱਤੀ ਉਹਨਾਂ ਨੇ। ਮੈਂ ਤਾਂ ਬੱਚਿਓ ਸਿਰਫ ਤੁਹਾਨੂੰ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜਾ ਇੱਕ ਮੂਲ ਮੰਤਰ ਹੈ ਬਹੁਤ ਹੀ ਸੌਖਾ। ਤੁਸੀਂ ਤੁਹਾਡੇ ਕੋਲ ਜਦੋਂ ਵੀ ਕੋਈ ਟਾਈਮ ਮਿਲਦਾ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ, ਇੰਨਾ ਹੀ ਬੜਾ। ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ। ਪਰ ਜੇ ਸ਼ੁਰੂਆਤ ਦੇ ਵਿੱਚ ਮੂਲ ਮੰਤਰ ਹੀ ਤੁਸੀਂ ਪੜ੍ਹ ਲਓ, ਰੋਜ਼ਾਨਾ ਉਹਨੂੰ ਨੇਮ ਬਣਾ ਲਓ, ਤਾਂ ਮੇਰਾ ਖਿਆਲ ਵੀ ਤੁਹਾਡੀ ਜਿਹੜੀ ਆ ਕਿਸੇ ਵੀ ਮਤਲਬ ਜਿਹੜੀ ਇੱਛਾ ਪੂਰੀ ਹੋਊਗੀ। ਸੋ ਸਮਾਂ ਕਾਫੀ ਆ, ਹੋਰ ਬੁਲਾਰਿਆਂ ਨੇ ਬੋਲਣਾ। ਇਸ ਤਰ੍ਹਾਂ ਲੂੰਬਾ ਜੀ ਦਾ ਬਹੁਤ ਬਹੁਤ ਧੰਨਵਾਦ, ਬਾਹਰੋਂ ਆਏ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰ ਵਿਖੋਂ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਚਗਾਵਾਂ ਜੀ ਨੂੰ ਮੈਂ ਸਟੇਜ 'ਤੇ ਬੁਲਾਵਾਂ, ਸਾਡੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੇ ਬਹੁਤ ਹੀ ਮਿਹਨਤੀ ਸਾਡੇ ਜਸਵੰਤ ਸਿੰਘ ਜੀ ਪੁਰਾਣੇਵਾਲਾ, ਜੋ ਕਿ ਇੰਗਲਿਸ਼ ਟੀਚਰ ਨੇ ਔਰ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਪੇਪਰ ਤਿਆਰ ਕੀਤਾ ਔਰ ਇਹ ਪੇਪਰ ਨੂੰ ਆਰਗੇਨਾਈਜ਼ ਕੀਤਾ। ਸੋ ਉਹ 2 ਮਿੰਟ ਲਈ ਇੱਕ ਗੀਤ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਦੇ ਵਿੱਚ ਹੈ ਉਹ ਲੈ ਕੇ ਆਉਣਗੇ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੁਕਤੀ।
ਗੁਰੂ ਨਾਨਕ ਦੇਵ ਜੀ ਦੀਆਂ ਸਤਰਾਂ, ਇੱਕ ਥੋੜ੍ਹੇ ਸਮੇਂ ਦੇ ਵਿੱਚ ਇੱਕ ਕਵਿਤਾ ਵੀਰ ਸਿੰਘ ਦੀ ਲਿਖੀ ਹੋਈ ਸਨਮੁਖ ਕਰਾਂਗਾ। ਜੀ ਕਰਦਾ ਅੱਜ ਮੇਰਾ ਕਿ ਮੈਂ ਦਿਲ ਚੋਂ ਕੱਢ ਗੁਬਾਰ ਦੇਵਾਂ, ਕਰਮਾਂ ਦੇ ਧੁੰਦਲੇ ਸ਼ੀਸ਼ੇ ਤੇ ਮੈਂ ਸੱਚ ਦਾ ਪੱਥਰ ਮਾਰ ਦੇਵਾਂ। ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਰਾਮ ਨਾਮ ਦਾ ਬੋਲਾਂਗਾ। ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ, ਤੇ ਮੈਂ ਯੀਸ਼ੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ। ਇੱਕ ਦਾ ਨਾਮ ਹੈ ਜਪਿਆ, ਇੱਕ ਨੂੰ ਪੜ੍ਹਦਾ ਹਾਂ, ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ। ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ। ਇੱਕ ਸਾਰ ਹੈ ਪਾਣੀ ਗੰਗਾ ਤੇ ਹਰਮੰਦਰ ਦਾ, ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ। ਇੱਕ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਵਾਂ ਲੜਦੀਆਂ ਨੇ, ਤੇ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਘੋਲਾਂਗਾ। ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ। ਉਹ ਰੱਬ ਦਿਓ ਬੰਦਿਓ ਰੱਬ ਕਰਕੇ ਉਸ ਰੱਬ ਨੂੰ ਜਾਣੋ, ਧਰਮੀਓ ਵਖਰੇਵੇਂ ਛੱਡ ਕੇ ਇੱਕ ਪਛਾਣੋ। ਭਾਵੇਂ ਜ਼ਖਮਾਂ ਨਾਲ ਚਿਹਰਾ ਲੂ ਲਹਾਨ ਹੋਵੇ, ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾਂਗਾ। ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ। ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ। ਧੰਨਵਾਦ ਜੀ। ਸੋ ਮੈਂ ਬੇਨਤੀ ਕਰਾਂਗਾ ਸਾਡੇ ਟਰਸਟ ਦੇ ਚੇਅਰਮੈਨ ਹਰਜਿੰਦਰ ਚਗਾਵਾਂ ਜੀ ਨੂੰ ਕਿ ਉਹ ਸਭ ਦਾ ਧੰਨਵਾਦ ਵੀ ਕਰਨਗੇ ਤੇ ਆਪਣੀ ਗੱਲ ਵੀ ਕਰਨਗੇ। ਉਸ ਤੋਂ ਬਾਅਦ ਅਸੀਂ ਇਨਾਮ ਵੰਡ ਸਮਾਗਮ ਕਰਾਂਗੇ। ਅੱਜ ਦੇ ਇਸ ਨਿੱਕੇ ਜਿਹੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਪ੍ਰਧਾਨਗੀ ਮੰਡਲ, ਸਾਡੇ ਟਰੱਸਟ ਦੇ ਟੀਚਰ ਸਾਹਿਬਾਨ ਅਤੇ ਪਿਆਰੇ ਬੱਚੋ, ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਅਸੀਂ ਪਿਛਲੇ ਸਾਲ ਵੀ ਇਹ ਪ੍ਰੋਗਰਾਮ ਇੱਥੇ ਹੀ ਇਸੇ ਦਿਨ ਹੀ ਕਰਾਇਆ ਸੀ, ਔਰ ਅੱਜ ਵੀ ਅਸੀਂ ਇਹ ਜਿਹੜੇ ਬਾਬੇ ਨਾਨਕ ਦੀ ਫਿਲਾਸਫੀ ਬਾਰੇ ਤੁਹਾਡੇ ਸਾਰਿਆਂ ਤੋਂ ਪੇਪਰ ਲਿਆ। ਜਿਹੜਾ ਇਹ ਸਾਡਾ ਜਿਹੜਾ ਮਕਸਦ ਹੈ ਨਾ, ਉਹ ਇਹੀ ਹੈ ਕਿ ਬਾਬੇ ਨਾਨਕ ਦੀਆਂ ਜਿਹੜੀਆਂ ਸਿੱਖਿਆਵਾਂ, ਜਿਹਨੂੰ ਅਸੀਂ ਕਹਿੰਦੇ ਵੀ ਹਰ ਇਨਸਾਨ ਦੇ ਕੋਲੇ ਪਹੁੰਚਣ, ਜਿਨ੍ਹਾਂ ਚੀਜ਼ਾਂ ਬਾਰੇ ਨਹੀਂ ਜਾਣਕਾਰੀ, ਜਿਵੇਂ ਅੱਜ ਸਾਡੇ ਪ੍ਰਿੰਸੀਪਲ ਸਰਦਾਰ ਸੁਰਜੀਤ ਸਿੰਘ ਜੀ ਦੋਧਰ ਸਾਹਿਬ, ਉਹਨਾਂ ਨੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਨਾ, ਕਈ ਗੱਲਾਂ ਸਾਨੂੰ ਵੀ ਨਹੀਂ ਸੀ ਪਤਾ। ਸੋ ਉਹ ਜਿਹੜੀਆਂ ਚੀਜ਼ਾਂ, ਉਹ ਚੀਜ਼ਾਂ ਦਾ ਸਾਨੂੰ ਪਤਾ ਲੱਗਣਾ ਚਾਹੀਦਾ, ਕਿਉਂਕਿ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ। ਉਹ ਸਿੱਖਾਂ ਦੇ ਪਹਿਲੇ ਗੁਰੂ ਨਹੀਂ ਸੀਗੇ, ਉਹ ਮਨੁੱਖਤਾ ਦੇ ਗੁਰੂ ਸੀ। ਵੈਰੀ ਗੁੱਡ, ਬਹੁਤ ਅੱਛਾ। ਉਹਨੂੰ ਬੰਨ੍ਹ ਭਾਵਾਂ ਲਿਆ ਆਪਾਂ ਵੀ ਅਸੀਂ ਸਿੱਖ ਹਾਂ, ਸਾਡਾ ਗੁਰੂ ਹੈ। ਉਹ ਮਨੁੱਖਤਾ ਦੇ ਗੁਰੂ ਸੀ, ਸਾਰੀ ਇਨਸਾਨੀਅਤ ਦੇ ਗੁਰੂ ਸੀ। ਔਰ ਉਹਨਾਂ ਦੇ ਜਿਹੜੇ ਪੈਗਾਮ ਵੀ ਸੀ ਨਾ, ਉਹਨਾਂ ਦੀ ਜਿਹੜੀ ਸਿੱਖਿਆ ਵੀ ਸੀ, ਜਿਹੜੇ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਵੀ ਸੀ, ਜਿਹੜੇ ਉਹਨਾਂ ਨੇ ਗੋਸ਼ਟੀਆਂ ਵੀ ਕੀਤੀਆਂ ਸੀ, ਉਹ ਇਕੱਲੀਆਂ ਸਿੱਖਾਂ ਵਾਸਤੇ ਨਹੀਂ ਸੀ ਕੀਤੀਆਂ, ਮਨੁੱਖਤਾ ਵਾਸਤੇ। ਸੋ ਇੱਥੇ ਕਿਉਂਕਿ ਮੈਂ ਜਿਹੜੀਆਂ ਗੱਲਾਂ ਪਹਿਲਾਂ ਕੀਤੀਆਂ ਗਈਆਂ ਉਹਨਾਂ 'ਤੇ ਮੈਂ ਕੁਛ ਨਹੀਂ ਕਹਿਣਾ। ਮੈਂ ਸਿਰਫ ਇੱਕ ਸਾਡੇ ਜਿੰਨੇ ਵੀ ਇੱਥੇ ਪਤਵੰਤੇ ਆਗੂ ਸਾਹਿਬਾਨ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ, ਉਹਨਾਂ ਦਾ ਧੰਨਵਾਦ ਕਰਨਾ। ਇੱਕ ਹੀ ਗੱਲ ਕਰਨੀ ਹੈ ਕਿ ਜਿਵੇਂ ਉਹ ਰਾਜੇ ਦਾ ਬੇਟਾ ਸੀ ਨਾ, ਕਹਿੰਦਾ ਸੀ ਮੈਂ ਸਾਰੀ ਦੁਨੀਆ ਬਦਲ ਦੂੰਗਾ,
ਫਿਰ ਕਹਿੰਦਾ ਸੀ ਮੈਂ ਦੇਸ਼ ਬਦਲ ਦੂੰਗਾ, ਫਿਰ ਮੈਂ ਕਹਿੰਦਾ ਸੀ ਆਪਦਾ ਸੂਬਾ ਬਦਲ ਦੂੰਗਾ, ਪਿੰਡ ਬਦਲ ਦੂੰਗਾ, ਆਪਦਾ ਘਰ ਬਦਲ ਦੂੰਗਾ, ਆਪਦੇ ਜੀਆਂ ਦੇ ਵਿਚਾਰ ਬਦਲ ਦੂੰਗਾ। ਪਰ ਨਹੀਂ, ਅਖੀਰ ਤੇ ਉਹ ਮੰਨ ਗਿਆ। ਜਦੋਂ ਉਹ ਨੌਜਵਾਨ ਹੋ ਗਿਆ ਨਾ, ਵੱਡਾ ਹੋ ਗਿਆ, ਕਹਿੰਦਾ ਮੈਨੂੰ ਆਪ ਨੂੰ ਬਦਲਣਾ ਪੈਣਾ, ਤੁਹਾਨੂੰ ਵੀ ਆਪ ਬਦਲਣਾ ਪੈਣਾ, ਕਿਸੇ ਨੇ ਨਹੀਂ ਕੋਈ ਚੀਜ਼ ਬਦਲਣੀ। ਸੋ ਤੁਸੀਂ ਬਦਲੋ ਔਰ ਉਹਨਾਂ ਸਿੱਖਿਆਵਾਂ ਨੂੰ ਸਿੱਖੋ, ਉਹਨਾਂ ਨੂੰ ਲਾਗੂ ਕਰੋ ਆਪਣੇ ਜੀਵਨ ਦੇ ਵਿੱਚ, ਜਿਹੜੀਆਂ ਬਾਬੇ ਨਾਨਕ ਨੇ ਸਾਨੂੰ ਦਿੱਤੀਆਂ। ਔਰ ਬਾਬੇ ਨਾਨਕ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਉਹਦੇ 'ਚ ਜਿਵੇਂ ਹੁਣੇ ਮਹਿੰਦਰਪਾਲ ਲੂੰਬਾ ਜੀ ਦੱਸ ਕੇ ਗਏ ਆ ਕਿ 2 ਇੱਥੇ ਜਾਤਾਂ ਅਤੇ 1 ਧਰਮ ਹੈ। ਜਾਤਾਂ ਕਿਹੜੀਆਂ? ਇੱਕ ਔਰਤ ਦੀ ਜਾਤ ਅਤੇ ਇੱਕ ਬੰਦੇ ਦੀ ਜਾਤ ਹੈ, ਅਤੇ ਧਰਮ ਇੱਕੋ ਹੀ ਹੈ ਜਿਹੜਾ ਇਨਸਾਨੀਅਤ। ਇਦੋਂ ਵੱਡਾ ਕੁਛ ਵੀ ਨਹੀਂ। ਅਸੀਂ ਲੱਖ, ਮੈਂ ਕਹਿੰਦਾ ਹੁੰਦਾ ਕਈ ਵਾਰੀ ਨਾ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ, ਪਰ ਕਰਨੀਆਂ ਬਣਦੀਆਂ ਵੀ ਹੈ। ਆਪਾਂ ਕਹਿ ਦਿੰਦੇ ਹਾਂ ਜੀ ਅਸੀਂ ਗੁਰਸਿੱਖ ਹੈ, ਅੰਮ੍ਰਿਤ ਵੀ ਛਕ ਲਿਆ, ਜਿਹਦੇ ਘਰੇ ਅਸੀਂ ਪੈਦਾ ਹੋਏ ਹਾਂ, ਕੱਲ੍ਹ ਨੂੰ ਮੁੰਡੇ ਕੁੜੀ ਦਾ ਵਿਆਹ ਕਰਨਾ। ਅੱਛਾ ਖਿਆਲ ਰੱਖੋ ਫਿਰ ਆਪਣਾ ਗੋਤ ਆਹ ਹੈ, ਜੇ ਕੁੜੀ ਦਾ ਵੀ ਕਰਨਾ ਅਤੇ ਮੁੰਡੇ ਦਾ ਵੀ ਕਰਨਾ, ਫਿਰ ਗੋਤ ਕਿੱਥੋਂ ਰਹਿ ਗਿਆ ਜਦੋਂ ਆਪਾਂ ਉਹ ਚੀਜ਼ਾਂ ਛੱਡਤੀਆਂ। ਪਰ ਨਹੀਂ, ਮੈਂ ਤਾਂ ਇਹੋ ਜਿਹੀਆਂ, ਮੈਨੂੰ ਮੌਕਾ ਮਿਲਿਆ ਕਿ ਮੈਂ ਰਿਸ਼ਤਾ ਕਰਾਉਂਦਾ ਸੀ, ਉਹ ਕਹਿੰਦਾ ਜੀ ਗਿਆਨੀ ਧਿਆਨੀ ਬੰਦੇ ਉਹ, ਸਾਰਾ ਪਰਿਵਾਰ ਗਿਆਨੀ ਧਿਆਨੀ। ਆਖੇ ਜੀ ਅਸੀਂ ਤਾਂ ਟੇਵਾ ਤਾਂ ਵਿਖਾਉਣਾ ਹੀ ਵਿਖਾਉਣਾ ਨਾ। ਮੈਂ ਤਾਂ ਹੈਰਾਨ ਰਹਿ ਗਿਆ ਉਹਨਾਂ ਨੂੰ। ਅਸੀਂ ਡਰਾਮਾ ਜ਼ਿਆਦਾ ਕਰਦੇ ਹਾਂ, ਵਿਖਾਵਾ ਜ਼ਿਆਦਾ ਕਰਦੇ ਹਾਂ, ਪਰ ਸਾਡੇ ਪੱਲੇ ਕੁਛ ਨਹੀਂ। ਸੋ ਸਾਨੂੰ ਲੋੜ ਹੈ, ਕਿਉਂਕਿ ਕਿਸੇ ਵਾਸਤੇ ਨਹੀਂ ਕਰਦੇ ਅਸੀਂ, ਸਾਨੂੰ ਚਾਹੀਦਾ ਸਾਨੂੰ ਆਪ ਦਾ ਜੀਵਨ ਵਧੀਆ ਕਰਨਾ। ਔਰ ਜੋ ਵੀ ਸਾਡੇ ਸੰਤ ਮਹਾਤਮਾ ਗੁਰੂ ਉਹ ਕਰ ਗਏ, ਉਹਨਾਂ ਦੀ ਸਿੱਖਿਆ ਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਆਪਦੇ 'ਤੇ ਲਾਗੂ ਕਰ। ਸੋ ਮੈਂ ਤੁਹਾਡੇ ਸਾਰਿਆਂ ਤੋਂ ਹੀ ਇਸ ਆਸ ਨਾਲ ਕਿ ਤੁਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਆਪਣੇ 'ਤੇ ਲਾਗੂ ਕਰਿਓ ਹਰ ਕੰਮ ਦੇ ਵਿੱਚ, ਕਿਉਂਕਿ ਬਾਬੇ ਨਾਨਕ ਦੀ ਜਿਹੜੀ ਫਿਲਾਸਫੀ ਹੈ ਨਾ ਉਹ ਕਿਸੇ ਛੋਟੇ ਜਿਹੇ ਦਾਇਰੇ 'ਚ ਨਹੀਂ ਗੀ। ਜਿੰਨੀ ਪ੍ਰਿੰਸੀਪਲ ਸਾਹਿਬ ਨੇ ਕਿਹਾ ਨਾ, ਇਦੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਜ਼ਿਆਦਾ ਹੈ। ਤੁਸੀਂ ਉਹ ਵੇਖੋ ਵੀ ਜਿਹੜਾ ਜਪਜੀ ਸਾਹਿਬ ਦਾ ਅਲੱਥਾ ਕੀਤਾ, ਮੈਨੂੰ ਪਿੱਛੇ ਜੇ ਪਤਾ ਲੱਗਿਆ, ਕਿਉਂਕਿ ਮੈਂ ਜ਼ਿਆਦਾ ਧਾਰਮਿਕ ਬੰਦਾ ਨਹੀਂ ਗਾ, ਮੈਨੂੰ ਕਹਿੰਦੇ 50 ਬੰਦਿਆਂ ਨੇ ਉਹਦਾ ਅਲੱਥਾ ਕਰ ਚੁੱਕੇ ਹੁਣ ਤੱਕ। 50 ਵਿਦਵਾਨ ਫਿਲਾਸਫਰ ਟਾਈਪ ਬੰਦਿਆਂ ਨੇ ਉਹਨਾਂ ਦਾ ਅਲੱਥਾ ਕੀਤਾ 50, ਅਤੇ ਹਜੇ ਵੀ ਉਸ ਗੁਰਬਾਣੀ ਦਾ ਪਤਾ ਨਹੀਂ ਕਿੰਨੇ ਕੁ ਅਰਥ ਕੱਢ ਸਕਦੇ। ਸੋ ਇਹ ਅਥਾਹ ਸਮੁੰਦਰ ਹੈ, ਜਿਹੜੇ ਆਪਣੇ ਧਰਤੀ ਦੇ ਸਮੁੰਦਰਾਂ ਨੂੰ ਮਿਣਿਆ ਜਾ ਸਕਦਾ, ਡੂੰਘੇ ਕਿੰਨੇ ਆ, ਪਰ ਗੁਰਬਾਣੀ ਨੂੰ ਮਿਣਿਆ ਨਹੀਂ ਜਾ ਸਕਦਾ, ਆਕਿਆ ਨਹੀਂ ਜਾ ਸਕਦਾ, ਇਹਦਾ ਅਲੱਥਾ ਵੀ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਨੇ 50 ਬੰਦੇ ਨੇ ਕੀਤਾ। ਹਜੇ ਦੱਸਦੇ, ਹਜੇ ਵੀ ਕਈ ਬੰਦੇ ਉਹ ਗੁਰਬਾਣੀ ਦਾ ਜਪਜੀ ਸਾਹਿਬ ਦਾ ਇਕੱਲੇ ਦਾ ਹਜੇ ਉਹਦੇ ਅਰਥ ਕਰੀ ਜਾਂਦੇ, ਹਜੇ ਵੀ ਉਹ ਨਿਬੜਿਆ ਨਹੀਂ। ਸੋ ਜਿੰਨਾ ਵੀ ਤੁਹਾਨੂੰ ਪਤਾ ਲੱਗੇ ਆਪਣੀ ਜੀਵਨ ਦੇ ਵਿੱਚ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰਿਓ। ਸੋ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ, ਔਰ ਖਾਸ ਕਰਕੇ ਜਿਹੜੇ ਸਾਡੇ ਬੁਲਾਰੇ ਸਤਿਕਾਰਯੋਗ ਆਏ ਸੀ, ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਰੂਬਰੂ ਕੀਤੇ ਹੈ, ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ, ਉਹਨਾਂ ਸਾਰਿਆਂ ਦਾ ਸਾਡੀ ਸੰਸਥਾ ਵੱਲੋਂ, ਰੂਰਲ NGO ਕਲੱਬ ਐਸੋਸੀਏਸ਼ਨ ਵੱਲੋਂ ਔਰ ਸਰਬੱਤ ਦਾ ਭਲਾ ਵੱਲੋਂ ਸਪੈਸ਼ਲ ਤੌਰ 'ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸੋ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਤੁਹਾਡੀਆਂ ਜੜ੍ਹਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਸੀ ਸਾਡੀ, ਆਪਣੇ ਪੂਰਵਜਾਂ ਦੇ ਬਾਰੇ ਜਾਣੂ ਕਰਵਾਉਣ ਦੀ ਇੱਕ ਕੋਸ਼ਿਸ਼ ਸੀ। ਸੋ ਤੁਸੀਂ ਸਾਰਿਆਂ ਨੇ ਇਸ ਕੋਸ਼ਿਸ਼ ਦੇ ਵਿੱਚ ਸਾਡਾ ਸਾਥ ਦਿੱਤਾ। ਤੁਸੀਂ ਸਾਰੇ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਕੋਈ ਵੀ ਫਸਟ ਸੈਕੰਡ ਥਰਡ ਕੱਢਣਾ ਇਹ ਤਾਂ ਇੱਕ ਪ੍ਰਮੋਟ ਕਰਨ ਦਾ ਇੱਕ ਜ਼ਰੀਆ ਹੁੰਦਾ ਹੈ, ਉਤਸ਼ਾਹਿਤ ਕਰਨ ਦਾ ਇੱਕ ਜ਼ਰੀਆ ਹੁੰਦਾ ਹੈ, ਤਾਂ ਕਿ ਅੱਗੇ ਤੋਂ ਵੀ ਬੱਚੇ ਉਤਸ਼ਾਹਿਤ ਹੋਣ। ਪਰ ਮੇਰੇ ਹਿਸਾਬ ਨਾਲ ਤੁਸੀਂ ਸਾਰੇ ਹੀ ਫਸਟ ਹੋ, ਜਿਨ੍ਹਾਂ ਨੇ ਅੱਜ ਦੀ ਇਸ ਪ੍ਰਸ਼ਨ ਉੱਤਰ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲਿਆ। ਇੱਕ ਵਾਰੀ ਆਪਣੇ ਨਾਮ ਤੇ ਜ਼ੋਰਦਾਰ ਤਾੜੀ ਮਾਰੋ ਸਾਹਿਬ। ਸੋ ਹੁਣ ਵਿਵਹਾਰਿਕ ਗੱਲ, ਜਿਹੜੇ 15 ਸਾਲ ਤੋਂ ਘੱਟ ਉਮਰ ਦੇ ਵਿੱਚ ਸਾਡੇ ਕੋਲ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਸਪ੍ਰੀਤ ਕੌਰ ਪਿੰਡ ਦੋਦਰ। ਦੂਸਰਾ ਸਥਾਨ ਹਾਸਿਲ ਕੀਤਾ ਹੈ ਕਿਰਨਵੀਰ ਕੌਰ ਧੱਲੇਕੇ और तीसरा स्थान है जैस्मीन कौर पिंड धल्लेके।
15 ਸਾਲ ਤੋਂ ਵੱਧ ਉਮਰ ਦੇ ਵਿੱਚ ਪਹਿਲਾ ਸਥਾਨ ਹੈ ਸੁਖਪ੍ਰੀਤ ਕੌਰ ਪਿੰਡ ਦੋਦਰ, ਦੋਨੇ ਨਾਮ ਪਿੰਡ ਦੋਦਰ ਦੇ ਨਾਮ। दूसरा स्थान है रणदीप कौर जलालाबाद और तीसरा है गुरप्रीत कौर जलालाबाद।